ਲਓ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੇ ਆਪਾਂ ਅੱਜ ਗੋਬਿੰਦ ਧਾਮ ਦੀ ਪੈਦਲ ਯਾਤਰਾ ਜਿਹੜੀ ਉਹ ਸ਼ੁਰੂ ਕਰ ਚੁੱਕੇ ਹਾਂ, ਬਲੌਗ ਨੰਬਰ 6। ਤੇ ਅੱਜ ਤਰੀਕ ਹੋ ਚੁੱਕੀ ਹੈ 12/6/22। ਠੀਕ ਹੈ ਜੀ। ਤੇ ਆਪਾਂ ਅੱਜ 9 ਕਿਲੋਮੀਟਰ ਦਾ ਪੈਦਲ ਰਸਤਾ ਤੈਅ ਕਰਾਂਗੇ ਗੋਬਿੰਦ ਧਾਮ ਤੱਕ। ਇਹ ਗੋਬਿੰਦ ਧਾਮ ਤੱਕ ਦੀ ਚੜ੍ਹਾਈ ਹੈ, ਗੋਬਿੰਦ ਘਾਟ ਤੋਂ ਲੈ ਕੇ 9 ਕਿਲੋਮੀਟਰ ਦੀ। ਦੇਖਦੇ ਹਾਂ ਆਪਾਂ ਕਿੰਨੇ ਘੰਟਿਆਂ 'ਚ ਇਹ ਸਫ਼ਰ ਮੁਕਾਉਂਦੇ ਹਾਂ। ਦੇਖ ਰਹੇ ਹੋ ਤੁਸੀਂ ਸਾਹਮਣੇ ਨਦੀ, ਇਹ ਨਦੀ ਵੀ ਆਪਣੇ ਨਾਲ ਹੀ ਚੱਲੇਗੀ। ਤੇ ਇਸ ਤਰ੍ਹਾਂ ਸੋਟੀਆਂ ਦੇ ਸਹਾਰਿਆਂ ਨਾਲ ਆਪਾਂ ਚੜ੍ਹਾਈ ਚੜ੍ਹਾਂਗੇ, ਕਿਉਂਕਿ ਸੋਟੀਆਂ ਜ਼ਰੂਰੀ ਨੇ। ਚਲੋ ਜੀ ਚਲੋ, ਇਸ ਤਰ੍ਹਾਂ ਇਹ ਸਫ਼ਰ ਤੈਅ ਹੋਏਗਾ। ਸਾਹਮਣੇ ਪਹਾੜ ਤੁਸੀਂ ਦੇਖ ਰਹੇ ਹੋ, ਤੇ ਨਦੀ ਵੀ ਆਪਣੇ ਨਾਲ ਨਾਲ ਹੀ ਚੱਲੇਗੀ, ਹਰਿਆਵਲੀ ਪਹਾੜ ਆਸੇ ਪਾਸੇ। ਤੇ ਇਸ ਤਰ੍ਹਾਂ ਇਹ ਰਸਤਾ ਬਣਿਆ ਹੋਇਆ ਹੈ ਗੋਬਿੰਦ ਧਾਮ ਤੱਕ। ਤੇ ਵੈਸੇ ਤਾਂ ਹੈਲੀਕਾਪਟਰ ਵੀ ਜਾਂਦਾ ਗੋਬਿੰਦ ਘਾਟ ਤੋਂ ਲੈ ਕੇ ਗੋਬਿੰਦ ਧਾਮ ਤੱਕ, ਪਰ ਆਪਾਂ ਅੱਜ ਪੈਦਲ ਯਾਤਰਾ ਹੀ ਸ਼ੁਰੂ ਕਰਾਂਗੇ। ਇਹ ਹੈ ਜੀ, ਉਹ ਜਿਵੇਂ ਕੋਈ ਸਮਾਨ ਵਗੈਰਾ ਲਿਜਾਣਾ ਤਾਂ ਇਹਨਾਂ 'ਤੇ ਆਪਾਂ ਲਿਜਾ ਸਕਦੇ ਹਾਂ। ਅਤੇ ਇਸ ਤਰ੍ਹਾਂ ਇਹ ਪੱਥਰਾਂ ਨਾਲ ਇਹ ਕੱਟ ਕੇ ਰਸਤਾ ਬਣਿਆ ਹੋਇਆ, ਆਸੇ ਪਾਸੇ ਪਹਾੜ, ਨਦੀ ਉਹੀ ਨਦੀ ਜਿਹੜੀ ਆਪਾਂ ਨੂੰ ਉੱਪਰੋਂ ਥੱਲਿਓਂ ਲੈ ਕੇ ਉੱਪਰ ਤੱਕ ਆਈ ਹੈ, ਉਹੀ ਨਦੀ ਆਪਣੇ ਨਾਲ ਨਾਲ ਜਾ ਰਹੀ ਹੈ। ਚਲੋ ਜੀ ਚਲੋ ਚਲੋ। ਅਤੇ ਸੰਗਤਾਂ ਆਉਂਦੀਆਂ ਹੋਈਆਂ ਅਤੇ ਸੰਗਤਾਂ 'ਚ ਪੂਰਾ ਉਤਸ਼ਾਹ, ਕਿਉਂਕਿ ਇਸ 'ਚ ਇਹ ਹੁੰਦਾ ਹੈ ਕਿ ਯਾਤਰਾ ਤੁਸੀਂ ਆਰਾਮ ਨਾਲ ਕਰੋ, ਕਾਹਲ ਨਾ ਕਰੋ। ਕੱਛੂ ਕੁੰਮੇ ਦੀ ਚਾਲ ਚਲੋ, ਖਰਗੋਸ਼ ਵਾਲੀ ਚਾਲ ਨਾ ਚੱਲੋ, ਕਿਉਂਕਿ ਤੁਹਾਨੂੰ ਪਤਾ ਸਫ਼ਰ ਲੰਮਾ ਹੈ 9 ਕਿਲੋਮੀਟਰ ਦਾ। ਜੇ ਕਾਹਲ ਕਰੋਗੇ ਤਾਂ ਛੇਤੀ ਥੱਕ ਜਾਓਗੇ। ਇਸ ਕਰਕੇ ਹੌਲੀ ਹੌਲੀ ਸਫ਼ਰ ਮੁਕਾਉਂਦੇ ਜਾਓ, ਪਾਣੀ ਵਗੈਰਾ ਪੀਂਦੇ ਜਾਓ ਅਤੇ ਬ੍ਰੇਕ ਵੀ ਲੈਂਦੇ ਜਾਓ। ਸੰਗਤਾਂ ਖੜ੍ਹੀਆਂ ਕੁਦਰਤੀ ਨਜ਼ਾਰਿਆਂ ਦਾ ਆਨੰਦ ਲੈਂਦੀਆਂ ਹੋਈਆਂ। ਅਤੇ ਇਹ ਹੈ ਜੀ ਉਹ ਰਾਹ ਗੋਬਿੰਦ ਧਾਮ ਤੱਕ, 9 ਕਿਲੋਮੀਟਰ ਦਾ ਰਾਹ। ਠੀਕ ਹੈ ਜੀ। ਅਤੇ ਸੰਗਤਾਂ ਆਉਂਦੀਆਂ ਹੋਈਆਂ ਸਾਹਮਣੇ ਤੁਸੀਂ ਦੇਖ ਰਹੇ ਹੋ। ਅਤੇ ਇਸ ਤਰ੍ਹਾਂ ਇਹ ਪੱਥਰਾਂ ਨਾਲ ਬਣਿਆ ਹੋਇਆ ਰਸਤਾ ਤੁਸੀਂ ਦੇਖ ਰਹੇ ਹੋ, ਪੌੜੀਆਂ ਜਿਹੀਆਂ ਬਣੀਆਂ ਹੋਈਆਂ ਸਟੈਪ ਬਾਈ ਸਟੈਪ। ਅਤੇ ਇਸ ਰਾਸਤੇ ਹੀ ਗੋਬਿੰਦ ਧਾਮ ਤੱਕ ਜਾਣਾ ਪੈਂਦਾ। ਅਤੇ ਆਹ ਬਾਈ ਜੀ ਥੱਕ ਚੁੱਕੇ ਆ ਬਹੁਤ, ਹੌਲੀ ਹੌਲੀ ਸਬਰ ਮੁਕਾ ਰਹੇ ਨੇ। ਚਲੋ ਜੀ ਸੰਗਤੋ, ਚਲੋ ਜੀ, ਸਫ਼ਰ ਮੁਕਾਓ। ਆਸੇ ਪਾਸੇ ਵੱਡੇ ਵੱਡੇ ਪਹਾੜ ਆ, ਘੋੜੇ ਖੜ੍ਹੇ ਆ। ਘੋੜਾ ਵੀ ਤੁਸੀਂ ਲੈ ਸਕਦੇ ਹੋ। ਇਹਨਾਂ ਦਾ ਕਿਰਾਇਆ ਬਹੁਤ ਹੈ, 3000 4000 2500। ਜਿਉਂ ਜਿਉਂ ਨੇੜੇ ਹੋਵਾਂਗੇ ਘਟਦਾ ਜਾਂਦਾ, ਅਤੇ ਦੂਰੋਂ ਤਾਂ ਜ਼ਿਆਦਾ ਹੋਏਗਾ ਇਹ ਕਿਰਾਇਆ। ਸਾਹਮਣੇ ਧੀਰੇ ਚੱਲੋ, ਮੰਜ਼ਿਲ ਆ ਹੀ ਜਾਏਗੀ। ਸੰਗਤਾਂ ਆਉਂਦੀਆਂ ਹੋਈਆਂ। ਲਓ ਜੀ, ਆਹ ਬਾਈ ਜੀ ਜੜੀ ਬੂਟੀਆਂ ਵੇਚਦੇ ਹੋਏ, ਕੇਸਰ ਵਗੈਰਾ, ਚੰਦਨ ਪਹਾੜਾਂ ਤੋਂ ਕਹਿੰਦੇ ਲੈ ਕੇ ਆਏ ਹਾਂ ਅਸੀਂ। ਬਾਕੀ ਆਪਣੇ ਵਾਲੇ ਬੰਦੇ ਸਵਾਦ ਲੈਂਦੇ ਹੋਏ, ਬਾਬਾ ਜੀ ਪੁੱਛਦੇ ਆ ਰੇਟ ਵੀ ਕੀ ਰੇਟ ਹੈ, ਪਰ ਲੈਂਦਾ ਕੋਈ ਨਹੀਂ ਵਿਚਾਰੇ ਤੋਂ। ਰੇਟ ਰੂਟ ਲਾ ਕੇ ਮੁੜ ਜਾਂਦੇ ਆ। ਇਹ ਕੇਸਰ ਹੈ ਜੀ, ਜੋ ਰੈੱਡ ਕਲਰ ਦੀ ਹੈ, ਬਰੀਕ ਬਰੀਕ ਹੁੰਦੀ ਹੈ। ਚੱਲਦੇ ਹਾਂ ਜੀ, ਆ ਜਾਓ ਫਿਰ। ਲਓ ਜੀ, ਆਸੇ ਪਾਸੇ ਪਹਾੜ ਤੁਸੀਂ ਦੇਖ ਰਹੇ ਹੋ, ਨਦੀ ਸਾਹਮਣੇ। ਇਹ ਨਦੀ ਵੀ ਆਪਣੇ ਨਾਲ ਨਾਲ ਹੀ ਚੱਲੇਗੀ, ਕਦੇ ਉੱਪਰ ਆ ਜਾਏਗੀ, ਕਿਉਂਕਿ ਪਹਾੜ ਜਿਹੜਾ ਰਸਤਾ ਬਣਿਆ ਹੋਇਆ ਇਹ ਵੀ ਕਦੇ ਨੀਵਾਂ ਹੋ ਜਾਂਦਾ, ਕਦੇ ਉੱਚਾ ਹੋ ਜਾਂਦਾ। ਅਤੇ ਨਦੀ ਹੈ ਜਿਹੜੀ, ਇਹ ਵੀ ਇਸ ਤਰ੍ਹਾਂ ਹੀ, ਕਦੇ ਆਪਾਂ ਇਹਦੇ ਬਿਲਕੁਲ ਨੇੜੇ ਚਲੇ ਜਾਵਾਂਗੇ, ਕਦੇ ਆਪਾਂ ਉੱਚੀ ਜਗ੍ਹਾ 'ਤੇ ਆ ਜਾਵਾਂਗੇ, ਜਿਵੇਂ ਜਿਵੇਂ ਰਸਤਾ ਆਉਂਦਾ ਉੱਚਾ ਨੀਵਾਂ। ਸੰਗਤਾਂ ਆਉਂਦੀਆਂ ਹੋਈਆਂ, ਥੱਕੀਆਂ ਟੁੱਟੀਆਂ, ਕਿਉਂਕਿ ਲੱਤਾਂ ਦਾ ਇੱਥੇ ਹੀ ਪਤਾ ਚੱਲਦਾ। ਅਤੇ ਮਾਤਾ ਜੀ ਆਉਂਦੇ ਹੋਏ, ਕਿਉਂਕਿ ਇੱਥੇ ਤੁਹਾਨੂੰ ਵੱਡੀ ਉਮਰ ਦੇ ਵੀ ਮਿਲਣਗੇ ਆਹ ਦਮ ਲੈਂਦੇ ਹੋਏ ਮਾਤਾ ਜੀ। ਅਤੇ ਕਿਉਂਕਿ 60 ਸਾਲ 65 ਸਾਲ ਇਹੋ ਜਿਹੇ ਬਜ਼ੁਰਗ ਵੀ ਤੁਹਾਨੂੰ ਮਿਲਣਗੇ ਜਿਹੜੀ ਇਹ ਯਾਤਰਾ ਕਰਦੇ ਨੇ। ਅਤੇ ਬਾਕੀ ਉਹਨਾਂ ਨੂੰ ਦੇਖ ਕੇ ਬੰਦੇ 'ਚ ਉਤਸ਼ਾਹ ਆ ਜਾਂਦਾ, ਨੌਜਵਾਨਾਂ ਨੂੰ ਜ਼ਿਆਦਾ ਕਰਕੇ, ਕਿਉਂਕਿ ਬਜ਼ੁਰਗਾਂ ਨੂੰ ਦੇਖ ਕੇ ਉਹਨਾਂ 'ਚ ਉਤਸ਼ਾਹ ਆਉਂਦਾ ਵੀ ਇਹ ਜਦੋਂ ਯਾਤਰਾ ਕਰ ਸਕਦੇ ਆਪਾਂ ਕਿਉਂ ਨਹੀਂ। ਕਈ ਬਜ਼ੁਰਗ ਤਾਂ 3-3 ਵਾਰੀ 4-4 ਵਾਰੀ ਇੱਥੇ ਆ ਚੁੱਕੇ ਨੇ। ਅਤੇ ਰਸਤੇ 'ਚ ਕਈ ਮਿਲੇ ਸੀ, ਕਹਿ ਰਹੇ ਸੀ ਅਸੀਂ 5ਵੀਂ ਵਾਰ ਜਾ ਰਹੇ ਹਾਂ, 6ਵੀਂ ਵਾਰ ਜਾ ਰਹੇ ਹਾਂ। ਇਸ ਕਰਕੇ ਆਪਣੀ ਯਾਤਰਾ ਵੀ ਇਹ ਫਸਟ ਵਾਰੀ ਹੈ, ਹੇਮਕੁੰਟ ਦੀ ਯਾਤਰਾ। ਮਾਤਾ ਜੀ ਆਉਂਦੇ ਹੋਏ, ਥੱਕੇ ਹੋਏ। ਅਤੇ ਰਸਤੇ 'ਚ ਦਮ ਵਗੈਰਾ ਵੀ ਲੈਂਦੇ ਜਾਓ, ਆ ਬੈਠੇ ਆ ਸ਼ਰਧਾਲੂ ਦਮ ਲੈਂਦੇ ਹੋਏ। ਅਤੇ ਇਸ ਤਰ੍ਹਾਂ ਪੱਥਰ ਤੁਸੀਂ ਦੇਖ ਰਹੇ ਹੋ ਥੱਲੇ ਰਸਤੇ 'ਤੇ, 9-10 ਫੁੱਟ ਦਾ ਇਹ ਰਸਤਾ ਬਣਿਆ ਹੋਇਆ। ਖੱਚਰਾਂ ਆਉਂਦੀਆਂ ਹੋਈਆਂ ਉੱਪਰੋਂ ਥੱਲੇ ਨੂੰ। ਬਾਕੀ ਇੱਥੇ ਇੱਕ ਪ੍ਰੋਬਲਮ ਜ਼ਰੂਰ ਆਉਂਦੀ ਹੈ ਖੱਚਰਾਂ ਦੀ, ਕਿਉਂਕਿ ਖੱਚਰਾਂ ਦਾ ਕੋਈ ਰਾਹ ਨਹੀਂ, ਕਦੇ ਉਹ ਖੱਬੇ ਹੋ ਜਾਂਦੀਆਂ, ਕਦੇ ਸੱਜੇ ਹੋ ਜਾਂਦੀਆਂ। ਅਤੇ ਪੈਦਲ ਜਾਣ ਵਾਲੇ ਯਾਤਰੀਆਂ ਨੂੰ ਜ਼ਰੂਰ ਪਰੇਸ਼ਾਨੀ ਆਉਂਦੀ ਹੈ। ਕਈ ਵਾਰੀ ਤਾਂ ਖੱਚਰ ਨਾਲ ਬੰਦਾ ਉਹ ਹੋ ਜਾਂਦਾ। ਠੀਕ ਹੈ ਜੀ, ਆਹ ਬ੍ਰੇਕ ਲੈਣ ਲਈ ਬਣੀਆਂ ਹੋਈਆਂ ਦੁਕਾਨਾਂ, ਚਾਹ ਵਗੈਰਾ ਤੁਸੀਂ ਇੱਥੇ ਪੀ ਸਕਦੇ ਹੋ, ਪਾਣੀ, ਕੋਲਡ ਡਰਿੰਕਸ, ਬ੍ਰੇਕ ਲੈ ਸਕਦੇ ਹੋ। ਠੀਕ ਹੈ ਜੀ।
ਇਹ ਰਸਤੇ ਤੁਹਾਨੂੰ ਮਿਲਣਗੀਆਂ, ਪਰ ਇੱਥੇ ਚੀਜ਼ਾਂ ਬਹੁਤ ਕੋਸਟਲੀ ਮਿਲਣਗੀਆਂ ਕਿਉਂਕਿ ਜਿਵੇਂ ਜਿਵੇਂ ਚੜ੍ਹਾਈ ਉੱਪਰ ਆਊਗੀ ਤਾਂ ਚੀਜ਼ਾਂ ਕੋਸਟਲੀ ਹੁੰਦੀਆਂ ਜਾਣਗੀਆਂ, ਕਿਉਂਕਿ ਉੱਪਰ ਸਮਾਨ ਢੋਆ ਢਵਾਈ ਇਹਨਾਂ ਨੂੰ ਬਹੁਤ ਮਹਿੰਗੀ ਪੈਂਦੀ ਹੈ, ਤਾਂ ਕਰਕੇ ਚੀਜ਼ਾਂ ਬਹੁਤ ਮਹਿੰਗੀਆਂ ਨੇ। ਅਤੇ ਸ਼ਰਧਾਲੂ ਜਾਂਦੇ ਹੋਏ ਖੱਚਰਾਂ 'ਤੇ, ਕਈ ਤਾਂ ਧੁਰੋਂ ਹੀ ਖੱਚਰ ਕਰਾ ਲੈਂਦੇ ਆ, ਸਫ਼ਰ ਨਹੀਂ ਮੁਕਾਉਂਦੇ, ਕਿਉਂਕਿ ਕਈ ਸਫ਼ਰ ਮੁਕਾ ਕੇ ਅੱਗੇ ਖੱਚਰਾਂ ਲੈਂਦੇ ਆ, ਕਿਉਂਕਿ ਅੱਗੇ ਖੱਚਰਾਂ ਸਸਤੀਆਂ ਮਿਲਦੀਆਂ। ਜਿੰਨਾ ਬੰਦਾ ਜ਼ੋਰ ਲਾਉਂਦਾ ਪੈਦਲ ਇੱਕ ਵਾਰੀ ਲਾ ਲੈਂਦਾ, ਉਸ ਤੋਂ ਬਾਅਦ ਫਿਰ ਖੱਚਰਾਂ ਦਾ ਸਹਾਰਾ ਲੈਂਦਾ। ਅਤੇ ਆਹ ਪਹਾੜੀਏ ਨੇ 7-8, ਅਤੇ ਆਹ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਕੋਈ ਪੁਰਜਾ ਇੰਜਣ ਦਾ, ਇਹ ਲੈ ਕੇ ਜਾਣਗੇ ਉੱਪਰ। ਕਿੰਨਾ ਭਾਰਾ ਦੇਖ ਰਹੇ ਹੋ ਤੁਸੀਂ, ਇਹ ਪਹਾੜੀਏ ਨੇ, ਤੁਹਾਨੂੰ ਦਿਖਾਵਾਂਗੇ ਰਸਤੇ 'ਚ ਵੀ ਇਹ ਮਿਲਣਗੇ ਤੁਹਾਨੂੰ। ਇਹ ਆ ਜੀ ਪੱਥਰਾਂ ਵਾਲਾ ਰਸਤਾ, ਉੱਬੜ ਦੁੱਬੜ ਪੱਥਰ ਲੱਗੇ ਹੋਏ, ਇਸ ਤਰ੍ਹਾਂ ਹੀ ਬਣਿਆ ਹੋਇਆ ਰਸਤਾ, 9-10 ਫੁੱਟ ਚੌੜਾ। ਇਸੇ ਰਸਤੇ ਖੱਚਰਾਂ ਜਾਂਦੀਆਂ, ਇਸੇ ਰਸਤੇ ਪੈਦਲ ਯਾਤਰੀ ਜਾਂਦੇ ਹਨ। ਬਾਕੀ ਇੱਕ ਹੋਰ ਪਰੇਸ਼ਾਨੀ ਹੈ, ਕਿਉਂਕਿ ਖੱਚਰਾਂ ਦੀ ਲਿੱਦ ਬਹੁਤ, ਤੁਹਾਨੂੰ ਸਮੈਲ ਬਹੁਤ ਆਏਗੀ, ਖੱਚਰਾਂ ਦੀ ਲਿੱਦ ਬਹੁਤ ਮਿਲੇਗੀ ਤੁਹਾਨੂੰ ਰਸਤੇ 'ਚ, ਅਤੇ ਉਹ ਸਾਹ ਦੀ ਪ੍ਰੋਬਲਮ ਵੀ ਹੁੰਦੀ ਆ ਉਹਨਾਂ ਖੱਚਰਾਂ ਦੀ ਲਿੱਦ ਤੋਂ ਸਮੈਲ ਆਉਂਦੀ ਹੈ ਜਿਹੜੀ। ਅਤੇ ਬਾਕੀ ਸਫ਼ਰ ਵਧੀਆ, ਕੋਈ ਐਸੀ ਗੱਲ ਨਹੀਂ। ਆਸੇ ਪਾਸੇ ਪਹਾੜ ਨੇ, ਨਦੀ ਨਾਲ ਲੰਮੇ ਲੰਮੇ ਦਰੱਖਤ, ਹਰਿਆਵਲ, ਦਮ ਲੈ ਸਕਦੇ ਹੋ। ਵੱਡੇ ਵੱਡੇ ਦਰੱਖਤ ਨੇ, ਛਾਂ ਬਹੁਤ ਹੈ, ਧੁੱਪ ਦੀ ਕੋਈ ਉਹ ਨਹੀਂ, ਪ੍ਰੋਬਲਮ ਨਹੀਂ ਹੈ। ਬਾਕੀ ਵਾਤਾਵਰਨ ਵਧੀਆ, ਕੋਈ ਮੌਸਮ ਦਾ ਵੀ ਕੋਈ ਪ੍ਰੋਬਲਮ ਨਹੀਂ ਹੈ। ਮੀਂਹ ਵਗੈਰਾ ਪੈਂਦੇ ਰਹਿੰਦੇ ਆ ਇੱਥੇ, ਆਈ ਨਹੀਂ ਪਤਾ ਰਸਤੇ ਤੁਹਾਨੂੰ ਮੀਂਹ ਪੈ ਜੇ, ਅਤੇ ਆਪਾਂ ਵੀ ਦਮ ਲੈਂਦੇ ਹਾਂ ਹੁਣ ਥੋੜ੍ਹਾ ਜਿਹਾ। ਆਉਂਦੇ ਆ ਸ਼ਰਧਾਲੂ, ਨਦੀ ਦੇਖ ਰਹੇ ਹੋ ਤੁਸੀਂ ਵਿਛਦੀ ਜਾ ਰਹੀ, ਪਾਣੀ ਥੋੜ੍ਹਾ ਹਾਲੇ ਕਿਉਂਕਿ ਬਾਰਿਸ਼ਾਂ 'ਚ ਪੂਰੀ ਭਰ ਜਾਂਦੀ ਹੈ। ਮਾਤਾ ਜੀ ਖੱਚਰਾਂ 'ਤੇ ਆਉਂਦੇ ਹੋਏ ਦੇਖ ਰਹੇ ਹੋ ਤੁਸੀਂ, ਖੱਚਰਾਂ ਬਹੁਤ ਮਿਲਣਗੀਆਂ ਤੁਹਾਨੂੰ। ਅਤੇ ਆਹ ਹੈਗਾ ਜੀ ਬ੍ਰੇਕ ਪੁਆਇੰਟ, ਨਦੀ ਦੇ ਕੰਢੇ 'ਤੇ ਬਣਿਆ ਹੋਇਆ, ਇੱਥੇ ਤੁਸੀਂ ਚਾਹ ਲੈ ਸਕਦੇ ਹੋ, ਚਾਹ ਵਗੈਰਾ ਕੁਛ ਵੀ। ਦਮ ਚੜ੍ਹ ਗਿਆ ਬਾਈ, ਬਹੁਤ ਚੜ੍ਹਾਈ ਹੈ। ਲਓ ਜੀ ਰਸਤੇ 'ਚ ਦੇਖ ਰਹੇ ਹੋ ਸ਼ਰਧਾਲੂ ਚਾਹ ਵਗੈਰਾ ਪੀਂਦੇ ਹੋਏ। ਇਹ ਹੈ ਜੀ ਰਸਤਾ, ਪੱਥਰਾਂ ਵਾਲਾ ਰਸਤਾ ਹੈ ਜੀ। ਬਾਕੀ ਤੁਸੀਂ ਬੂਟ ਹੈ ਜਿਹੜਾ ਸਪੋਰਟਸ ਬੂਟ ਹੀ ਲੈ ਕੇ ਜਾਓ, ਸੈਂਡਲ ਚੱਪਲਾਂ ਇੱਥੇ ਕੰਮ ਨਹੀਂ ਕਰਦੀਆਂ, ਸਪੋਰਟ ਬੂਟ ਹੀ ਰੱਖੋ। ਅਤੇ ਸਾਹਮਣੇ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਬਦਾਮਾਂ ਵਾਲੀ ਥੰਧਿਆਈ ਤਿਆਰ ਕਰਦਾ ਹੋਇਆ ਨੌਜਵਾਨ, ਕਿਉਂਕਿ ਤਾਕਤ ਬਹੁਤ ਜ਼ਰੂਰੀ ਹੈ ਚੜ੍ਹਾਈ ਲਈ। ਆ ਜਾਂਦੇ ਆ ਜੀ ਉਹ ਇੰਜਣ ਦਾ ਪੁਰਜਾ ਲੈ ਕੇ, ਕੋਈ ਜਨਰੇਟਰ ਵਗੈਰਾ ਲੱਗਦਾ ਪਹਾੜੀ, ਇਹ ਦੇਖ ਲਓ, ਇਹ ਉੱਪਰ ਲੈ ਕੇ ਜਾਣਗੇ ਇੰਨਾ ਭਾਰਾ। ਇਹ ਹੈ ਜੀ ਇਹਨਾਂ ਦੀ ਕਮਾਈ, ਇਹੀ ਕਮਾਉਂਦੇ ਆ ਇਹ। ਮੈਨੂੰ ਲੱਗਦਾ ਪਤਾ ਨਹੀਂ 10-15 ਹਜ਼ਾਰ ਲੈਣ ਉੱਪਰ ਲਿਜਾਣ ਦਾ ਇਹਦਾ। ਲਓ ਜੀ ਥੋੜ੍ਹਾ ਜਿਹਾ ਆਪਾਂ ਹੁਣ ਨਿੰਬੂ ਪਾਣੀ ਪੀ ਲਈਏ, ਕਿਉਂਕਿ ਵਿਟਾਮਿਨ ਸੀ ਵੀ ਬਹੁਤ ਜ਼ਰੂਰੀ ਹੈ। ਰਸਤੇ ਤੁਹਾਨੂੰ ਨਿੰਬੂ ਪਾਣੀ ਜ਼ਰੂਰ ਮਿਲੂਗਾ। ਇਹ ਬਾਈ ਜੀ ਨੇ 30 ਰੁਪਈਆਂ ਦਾ ਗਲਾਸ ਦਿੱਤਾ ਸੀ ਨਿੰਬੂ ਦਾ, ਕਿਉਂਕਿ ਕੋਸਟਲੀ ਬਹੁਤ ਚੀਜ਼ਾਂ ਨੇ, ਕਿਉਂਕਿ ਜਿਉਂ-ਜਿਉਂ ਚੜ੍ਹਾਈ ਚੜ੍ਹਾਂਗੇ। ਲਓ ਜੀ ਨਿੰਬੂ ਪਾਣੀ ਪੀ ਕੇ ਚੱਲਦੇ ਹਾਂ ਆਪਾਂ। ਅਤੇ ਪੈਵੀ ਸਿੰਘ ਬ੍ਰੇਕ ਲੈਂਦਾ ਹੋਇਆ, ਅਤੇ ਬ੍ਰੇਕ ਲੈਣਾ ਵੀ ਬਹੁਤ ਜ਼ਰੂਰੀ ਹੈ ਰਸਤੇ 'ਚ। ਉੱਚੇ ਉੱਚੇ ਪਹਾੜ ਤੁਸੀਂ ਦੇਖ ਰਹੇ ਹੋ ਆਸੇ ਪਾਸੇ, ਅਤੇ 9 ਕਿਲੋਮੀਟਰ ਦਾ ਰਸਤਾ ਜੀ ਗੋਬਿੰਦ ਘਾਟ ਤੋਂ ਗੋਬਿੰਦ ਧਾਮ ਤੱਕ ਦਾ। ਅਤੇ ਅੱਗੇ ਫਿਰ ਚੜ੍ਹਾਈ ਆਏਗੀ ਧਾਮ ਤੋਂ ਲੈ ਕੇ ਹੇਮਕੁੰਟ ਤੱਕ, ਉਹ 6 ਕਿਲੋਮੀਟਰ ਦੀ। ਕਹਿੰਦੇ ਉਹ ਬਹੁਤ ਔਖਾ ਕਰਦੀ ਹੈ ਚੜ੍ਹਾਈ, ਉਹ ਸਿੱਧਵੀਂ ਚੜ੍ਹਾਈ ਹੈ, ਸਿੱਧੀ ਬਿਲਕੁਲ। ਇਹ ਤਾਂ ਹਲੇ ਫਿਰ ਵੀ ਚੜ੍ਹਾਈ ਠੀਕ ਹੈ ਗੋਬਿੰਦ ਧਾਮ ਤੱਕ, ਪਰ ਧਾਮ ਤੋਂ ਹੇਮਕੁੰਟ ਦੀ ਚੜ੍ਹਾਈ ਉਹ ਸਿੱਧੀ ਚੜ੍ਹਾਈ ਹੈ ਪਹਾੜਾਂ ਦੀ। ਲਓ ਜੀ ਖੱਚਰਾਂ ਪਾਣੀ ਪੀਂਦੀਆਂ ਹੋਈਆਂ, ਇਹਨਾਂ ਨੇ ਪਾਣੀ ਦਾ ਸਿਸਟਮ ਬਣਾਇਆ ਹੋਇਆ, ਜਿੱਥੇ ਵੀ ਪਾਣੀ ਹੁੰਦਾ ਉੱਥੇ ਇਹਨਾਂ ਨੇ ਖੁੱਲ੍ਹੀਆਂ ਜਿਹੀਆਂ ਬਣਾਈਆਂ ਪਾਣੀ ਦੀਆਂ, ਅਤੇ ਖੱਚਰਾਂ ਨੂੰ ਇਸ ਤਰ੍ਹਾਂ ਪਾਣੀ ਪਿਆਉਂਦੇ ਨੇ ਰਸਤੇ 'ਚ। ਅਤੇ ਸ਼ਰਧਾਲੂ ਜਾਂਦੇ ਹੋਏ 23 ਨੰਬਰ, ਉੱਚੇ ਉੱਚੇ ਪਹਾੜ ਸਾਹਮਣੇ। ਬਾਕੀ ਗਰਮੀ ਤਾਂ ਹੈ ਨਹੀਂ ਇੱਥੇ, ਬਹੁਤ ਹੀ ਵਧੀਆ ਮੌਸਮ ਹੈ। ਬਾਕੀ ਬਾਰਿਸ਼ ਵੀ ਕੋਈ ਪਤਾ ਨਹੀਂ ਕਦੋਂ ਮਰਜ਼ੀ ਆ ਸਕਦੀ ਹੈ, ਬਾਰਿਸ਼ ਪੈਂਦੀ ਰਹਿੰਦੀ ਹੈ ਇੱਥੇ। ਬਾਕੀ ਗੋਬਿੰਦ ਘਾਟ ਤੋਂ ਗੋਬਿੰਦ ਧਾਮ ਤੱਕ ਹੈਲੀਕਾਪਟਰ ਦੀ ਸਰਵਿਸ ਵੀ ਹੈ, ਉਹ ਵੀ ਤੁਸੀਂ ਲੈ ਸਕਦੇ ਹੋ ਜੇ ਕਿਸੇ ਨੇ ਲੈਣੀ ਹੋਵੇ, ਕਿਉਂਕਿ 9 ਕਿਲੋਮੀਟਰ ਦਾ ਸਫ਼ਰ ਤੁਸੀਂ ਹੈਲੀਕਾਪਟਰ ਰਾਹੀਂ ਮੁਕਾ ਸਕਦੇ ਹੋ। ਫਿਰ 6 ਕਿਲੋਮੀਟਰ ਹੀ ਰਹਿ ਜਾਏਗਾ ਪੈਦਲ ਧਾਮ ਤੋਂ ਲੈ ਕੇ ਹੇਮਕੁੰਟ ਦਾ। ਪੈਵੀ ਸਿੰਘ ਫੋਟੋ ਲੈਂਦਾ ਹੋਇਆ, ਕਲਿੱਕ ਕਰਦਾ ਹੋਇਆ, ਆਸੇ ਪਾਸੇ ਨੈਚੁਰਲੀ ਬਿਊਟੀ, ਅਤੇ ਸਾਹਮਣੇ ਉੱਚੇ ਉੱਚੇ ਪਹਾੜ। ਅਤੇ ਉਹ ਪਹਾੜਾਂ 'ਤੇ ਆਪਾਂ ਜਾਣਾ ਲੱਗਦਾ ਨਹੀਂ ਵੀ ਉੱਥੇ ਪਹੁੰਚ ਜਾਵਾਂਗੇ, ਪਰ ਫਿਰ ਵੀ ਆਪਾਂ ਉੱਥੇ ਪਹੁੰਚਾਂਗੇ ਹਰ ਹਾਲਤ 'ਚ। ਅਤੇ ਹੁਣ ਨੀਵੇਂ ਪਾਸੇ ਵੱਲ ਜਾ ਰਹੇ ਹਾਂ। ਇਸ ਤਰ੍ਹਾਂ ਇਹ ਰਸਤਾ ਕਦੇ ਨੀਵਾਂ ਹੋ ਜਾਂਦਾ, ਕਦੇ ਉੱਚਾ ਹੋ ਜਾਂਦਾ, ਇਸ ਤਰ੍ਹਾਂ ਇਹ ਸਾਰਾ ਰਸਤਾ ਇਸ ਤਰ੍ਹਾਂ ਹੀ ਹੈ। ਅਤੇ ਨਦੀ ਵੀ ਤੁਹਾਨੂੰ ਨਾਲ ਅਤੇ ਆਹ ਆਸੇ ਪਾਸੇ ਤੁਸੀਂ ਦੇਖ ਰਹੇ ਹੋ ਡਿਵਾਈਡਰ ਲੱਗੇ ਹੋਏ ਆ ਸੇਫਟੀ ਲਈ। ਬਾਕੀ ਸਫ਼ਰ ਬਹੁਤ ਹੀ ਖੂਬਸੂਰਤ ਆ, ਆਸੇ ਪਾਸੇ ਬਹੁਤ ਹੀ ਵਧੀਆ ਮੌਸਮ ਬਣਿਆ ਹੋਇਆ। ਅਤੇ ਬਾਕੀ ਕਾਹਲ ਨਾ ਕਰੋ, ਵਾਰੀ ਤੁਹਾਨੂੰ ਕਹਿ ਰਿਹਾ ਕਾਹਲ ਨਾ ਕਰੋ, ਆਰਾਮ ਨਾਲ ਚੱਲੋ ਤਾਂ ਸਫ਼ਰ ਛੇਤੀ ਮੁੱਕੇਗਾ।
इस तरह तुसीं देख रहे हो पत्थरां नाल बणीਆਂ ਹੋਈਆਂ बैठण वास्ते, ब्रेक लैण वास्ते श्रद्धालुआं दे। ते आसे पासे पहाड़ देखते ਆਪਾਂ। ਇਹ 9 किलोमीटर का सफ़र किन्ने टाइम च मुकाउने ते इत्थे श्रद्धालु बैठे हुए आराम करते हुए। माता जी आ रहे ने ते हवा भी बहुत वधिया है, ठंडी ठंडी हवा। सामने नदी तुसीं देख रहे हो ते आ देखो हरियावल पहाड़ उच्चे उच्चे, बहुत ही वधिया खूबसूरत नज़ारे। ये है जी गोबिंद घाट तो धाम तक का रस्ता जो तुसीं देख रहे हो। चैनल ऑन बेस ते वध तो वध शेयर ते सबसक्राइब करो। ते बाकी जे कोई गलती हो गई होवे बोलण लग्या तो माफ़ करियो, क्योंकि हले नवा नवा एक्सपीरियंस है। ठीक है जी। तो ये है जी बेंच वगैरह लगे हुए रस्ते च, तुहानूं ये भी मिलणगे। तो उहदे पिछे तुसीं नदी देख रहे हो। ते आ जा रहा जी समान वगैरह लैके बंदे टोकरियां च। देख लो नदी के नज़ारे। ये रस्ते च इस तरह ही बने। सामने तुहानूं पुल दिखाउने, कहंदे जो पहलां पिछली बार हड़ आए सी इत्थे, जो घटना घटी सी उस दे विच ये पुल है जिहड़ा वो रुड़ गया सीगा पूरा। ये नदी पूरी भरी हुई सीगी, देख सकते हो तुसीं। ते हुण तां बिल्कुल भी पानी नहीं है इहदे च, ना मातर वर्गा पानी है। ये नदी भी उदों फुल सीगी। देखो कितना खतरनाक है। इत्थे कोई भी डिवाइडर वगैरह नहीं लग्या होया। सोटियां दे सहारे संगत चलदी हुई ते नाल ही पानी दीयां बोतलां। पानी बहुत जरूरी है रस्ते च। लो जी ये है जी नदी, साफ साफ पानी, बहुत ही खूबसूरत। शोर तुसीं सुन रहे होंगे पानी का। तो आपां उसे पुल दे उत्ते दी लंघांगे। वो देखो सामने तुहानूं दिस रहा होना पुल। पुल का पिंजर पिया जो पहला हड़ां च डिग गया सीगा। ये पुल, ये लोग सैल्फियां लैंदे हुए विच उतर रहे हैं लोग नदी दे। ਵੱਡੇ ਵੱਡੇ पत्थरां विच दी पानी लंघदा होया। ते श्रद्धालु इत्थे ब्रेक लैंदे आ, थोड़ा चिर फोटो वगैरह करते हैं। ये रस्ते तुहानूं पुल मिलेगा, बहुत ही वधिया लोकेशन है। ते आसे पासे पहाड़ ने ਵੱਡੇ ਵੱਡੇ ਉੱਚੇ ਉੱਚੇ। ਤੇ ਇਹਨਾਂ ਪਹਾੜਾਂ ਦੇ ਵਿੱਚ ਦੀ ਆਪਾਂ ਚੱਲਾਂਗੇ। ਲਓ ਜੀ ਆਪਾਂ ਪੁਲ ਤੋਂ ਗੁਜ਼ਰ ਰਹੇ ਹਾਂ ਹੁਣ। ਨਦੀ ਦੇ ਉੱਤੇ ਬਣਿਆ ਹੋਇਆ ਪੁਲ, ਤੇ ਉਹ ਸਾਹਮਣੇ ਨਵਾਂ ਪੁਲ ਬਣਿਆ ਪਰ ਉਹ ਚਾਲੂ ਨਹੀਂ ਹੋਇਆ ਹਲੇ। ਇਹ ਪੁਰਾਣਾ ਪੁਲ ਹੀ ਬਣਾਇਆ ਗਿਆ ਹੈ, ਟੈਂਪਰੇਰੀ ਜਿਹਾ। ਦੇਖ ਰਹੇ ਹੋ ਪੁਲ ਦੇ ਉੱਤੇ ਸੰਗਤਾਂ ਜਾਂਦੀਆਂ ਹੋਈਆਂ। ਤੇ ਆਹ ਨਦੀ ਦੇ ਨਜ਼ਾਰੇ। आसे पासे बहुत ही खूबसूरत लोकेशन, आसे पासे उच्चे उच्चे पहाड़। तो आपां भी रस्ते थोड़ा जिहा ब्रेक लवांगे, चाह वगैरह जरूर पीवांगे रस्ते च। हुण जदों भी कोई ब्रेक पॉइंट आउंदा तां आपां उत्थे बैठांगे, क्योंकि ब्रेक बहुत जरूरी है। ये है जी पहाड़, उत्तराखंड के पहाड़ ते रस्ता बनया होया। ये है जी चढ़ाई। इस तरह चढ़ाई आती है, थोड़ी थोड़ी चढ़ाई आती है। कदे इन्नी चढ़ाई आ जाती है, फिर नीवा आ जाता। इस तरह ही पैमी जी चढ़ाई है, एकदम चढ़ाई नहीं भी एकदम ही आपां चढ़ना है। तुसीं देख रहे हो व्लॉग नंबर 6। तो अज 12 तरीक हो चुकी है, आपां 10 तरीक के चले हुए हैं। तो अज आपां धाम उत्थे ठहरांगे, क्योंकि उत्थे शाम हो जानी है। तो सुबह आपां हेमकुंड लई यात्रा शुरू करांगे 13 तरीक नूं। ठीक है जी। तो उच्चे उच्चे पहाड़ सामने देख रहे हो तुसीं। तो इस तरह ये सफ़र बहुत वधिया, कोई घबराउण दी लोड़ नहीं है भी चढ़ाई है बहुत ज़्यादा। 9 किलोमीटर का सफ़र है। तो कोई ऐसी गल नहीं है भी बहुत ज़्यादा चढ़ाई है। ठीक है चढ़ाई तो है पर इन्नी ज़्यादा नहीं है, थोड़ी थोड़ी चढ़ाई आ जाती है, कदे फिर नीवा आ जाता है। नवाई चढ़ाई दोनों चीज़ां आउंदियां इस रस्ते राहीं। इस तरह पत्थर तुसीं देख रहे हो, इस तरह ये रस्ता बनया होया। तो पत्थरां नूं कट कट के रस्ता बनाया गया है। लोकेशन बहुत सोहनी। तो बाकी बारिशां बहुत पैंदियां जून जुलाई च। ते इस करके मौसम बहुत वधिया हुंदा, गर्मी वगैरह तो बिल्कुल नहीं हुंदी इत्थे। बाकी तुसीं अपने नाल गर्म कपड़े भी जरूर लैके आओ, मोटे थोड़े बहुते। लोड़ पै सकदी है हेमकुंड जाण वास्ते तां, क्योंकि उत्थे तापमान बहुत ज़्यादा बहुत घट हुंदा है, ठंड बहुत हुंदी है उत्थे।
ਇਸ ਕਰਕੇ ਤੁਸੀਂ ਗਰਮ ਕੱਪੜੇ ਵੀ ਨਾਲ ਹੀ ਲੈ ਕੇ ਆਓ। ਇਹ ਆ ਜੀ ਸੰਗਤਾਂ ਆਉਂਦੀਆਂ ਹੋਈਆਂ ਰਸਤੇ 'ਚ ਤੁਹਾਨੂੰ ਮਿਲਣਗੀਆਂ, ਕੋਈ ਜਾ ਰਿਹਾ ਤੇ ਕੋਈ ਆ ਰਿਹਾ। ਤੇ ਬਾਕੀ ਤੁਹਾਨੂੰ ਸਫ਼ਰ ਦੇ ਵਿੱਚ ਬਹੁਤ ਸਾਰੇ ਮਿਲਣਗੇ ਵੀ ਸਫ਼ਰ ਕਿੰਨਾ ਕੁ ਰਹਿ ਗਿਆ, ਪੁੱਛਣਗੇ ਬਹੁਤ। ਤੇ ਕਿਉਂਕਿ ਇੱਥੇ ਕੋਈ ਸਾਈਨ ਬੋਰਡ ਨਹੀਂ ਲੱਗਿਆ ਵੀ ਇੰਨੇ ਕਿਲੋਮੀਟਰ ਹੈ, ਇੱਕ ਅੱਧਾ ਹੀ ਲੱਗਿਆ ਹੋਇਆ ਰਸਤੇ 'ਚ। ਤੇ ਮਾਤਾ ਜੀ ਖੜ੍ਹੇ ਹੋਏ ਗੁਫ਼ਤਗੂ ਕਰਦੀਆਂ ਹੋਈਆਂ, ਮਾਤਾ ਜੀ ਨਾਲੇ ਬ੍ਰੇਕ ਲੈਂਦੀਆਂ ਹੋਈਆਂ, ਬੈਗ ਚੱਕੇ ਹੋਏ ਮੋਢਿਆਂ 'ਤੇ। ਤੇ ਇੱਕ ਤਾਂ ਬੋਲਿਆ ਨਹੀਂ ਜਾਂਦਾ, ਦਮ ਬਹੁਤ ਚੜ੍ਹ ਜਾਂਦਾ ਜਦੋਂ ਚੜ੍ਹਾਈ ਆ ਜਾਂਦੀ ਹੈ। ਤੇ ਸੰਗਤਾਂ ਆ ਰਹੀਆਂ ਨੇ। ਲਓ ਜੀ, ਸੰਗਤਾਂ ਬ੍ਰੇਕ ਲੈਂਦੀਆਂ ਹੋਈਆਂ। ਬ੍ਰੇਕ ਬਹੁਤ ਜ਼ਰੂਰੀ ਹੈ ਸਫ਼ਰ 'ਚ, ਕਿਉਂਕਿ ਜੇ ਇੱਕਦਮ ਚੜ੍ਹੋਗੇ ਤਾਂ ਬਸ ਫਿਰ ਨਹੀਂ ਤੁਸੀਂ ਸਫ਼ਰ ਤੈਅ ਕਰ ਸਕਦੇ। ਤੇ ਹੁਣ ਆਪਾਂ ਚੜ੍ਹਾਈ ਚੜ੍ਹ ਰਹੇ ਹਾਂ ਉੱਪਰ ਨੂੰ। ਹੋਰ ਬੱਲੇ ਸ਼ੇਰਾ ਬੱਲੇ, ਬੱਚਾ ਸੀਗਾ, ਬੱਚੇ ਵੀ ਬਹੁਤ ਮਿਲਣਗੇ ਤੁਹਾਨੂੰ। ਤੇ ਪਰ ਇੱਕ ਵਾਰੀ ਤਾਂ ਬੱਚੇ ਚੱਲ ਪੈਂਦੇ ਆ, ਪਰ ਰਸਤੇ 'ਚ ਉਹਨਾਂ ਨੂੰ ਖੱਚਰਾਂ ਕਰਾਉਣੀਆਂ ਹੀ ਪੈਂਦੀਆਂ। ਚੜ੍ਹਾਈ ਬਹੁਤ ਆ ਜਾਂਦੀ ਹੈ ਅੱਗੇ ਜਾ ਕੇ। ਲੰਮੇ ਲੰਮੇ ਦਰੱਖਤ ਆਸੇ ਪਾਸੇ, ਸ਼ਰਧਾਲੂ ਆਉਂਦੇ ਹੋਏ। ਬਾਕੀ ਤੁਸੀਂ ਹੈਲੀਕਾਪਟਰ ਦੀ ਸਰਵਿਸ ਵੀ ਲੈ ਸਕਦੇ ਹੋ। ਬਾਬਾ ਜੀ ਖੱਚਰਾਂ 'ਤੇ ਚੜ੍ਹੇ ਹੋਏ, ਬਜ਼ੁਰਗਾਂ ਨੂੰ ਫਿਰ ਚੜ੍ਹਨਾ ਪੈ ਸਕਦਾ ਕਿਉਂਕਿ ਸਫ਼ਰ ਜ਼ਿਆਦਾ ਚੜ੍ਹਾਈ ਵਾਲਾ ਹੈ। ਅਤੇ ਆਉਂਦੇ ਹੋਏ ਬਜ਼ੁਰਗ ਜ਼ਰੂਰ ਖੱਚਰ ਵਗੈਰਾ ਲੈ ਲੈਂਦੇ ਆ। ਇਹ ਹੈ ਜੀ ਪਹਾੜ, ਹੇਮਕੁੰਟ ਸਾਹਿਬ ਦੇ ਪਹਾੜ। ਬਾਈ ਜੀ ਬੈਠੇ ਆ ਪੱਥਰ 'ਤੇ ਆਰਾਮ ਕਰਦੇ ਹੋਏ। ਦੇਖੋ ਸਾਹਮਣੇ ਬੱਦਲ ਜਮਾਂ ਪਹਾੜਾਂ ਨਾਲ ਲੱਗੇ ਹੋਏ ਆ, ਅਤੇ ਨਦੀ ਵੀ ਆ ਰਹੀ ਹੈ ਵਿੱਚ ਦੀ ਸੀਨਾ ਚੀਰ ਕੇ। ਬਹੁਤ ਹੀ ਨਜ਼ਾਰੇ, ਬਹੁਤ ਹੀ ਖੂਬਸੂਰਤ ਲੋਕੇਸ਼ਨ। ਧਾਮ ਤੋਂ ਗੋਬਿੰਦ ਘਾਟ, ਜਾਂ ਲਾ ਲਓ ਗੋਬਿੰਦ ਘਾਟ ਤੋਂ ਧਾਮ ਤੱਕ ਦਾ ਰਸਤਾ ਇਹ 9 ਕਿਲੋਮੀਟਰ ਦਾ। ਪਹਿਲਾਂ ਇਹ 13 ਕਿਲੋਮੀਟਰ ਦਾ ਰਸਤਾ ਸੀ, ਪਰ 4 ਕਿਲੋਮੀਟਰ ਹੁਣ ਗੱਡੀ ਦੀ ਸਰਵਿਸ ਲੱਗ ਚੁੱਕੀ ਹੈ। ਉੱਥੇ ਤੁਸੀਂ ਆ ਕੇ ਫਿਰ ਸਫ਼ਰ ਸ਼ੁਰੂ ਕਰ ਸਕਦੇ ਹੋ ਪੈਦਲ। ਉੱਥੋਂ ਫਿਰ 9 ਕਿਲੋਮੀਟਰ ਰਹਿ ਜਾਂਦਾ ਉੱਥੋਂ। ਨਦੀ ਆਪਣੇ ਨਾਲ ਜਾਂਦੀ ਹੋਈ। ਅਤੇ ਬਾਕੀ ਖੱਚਰਾਂ ਦੀ ਜ਼ਰੂਰ ਪ੍ਰੋਬਲਮ ਆਉਂਦੀ ਹੈ, ਕਈ ਵਾਰੀ ਖੱਚਰਾਂ ਵਿੱਚ ਵੱਜਦੀਆਂ ਸ਼ਰਧਾਲੂਆਂ ਦੇ। ਪਸ਼ੂ ਨੇ ਪਰ ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਕਿਹੜੀ ਸਾਈਡ ਜਾਣਾ। ਉਹ ਅਸਲ ਕੱਚੇ 'ਚ ਪੈਰ ਧਰਦੀਆਂ। ਬਹੁਤ ਬੁਰਾ ਸਲੂਕ ਹੁੰਦਾ ਖੱਚਰਾਂ ਨਾਲ। ਵਿਚਾਰੀਆਂ ਇੰਨਾ ਭਾਰ ਲੈ ਲੈ ਕੇ ਉੱਪਰ ਜਾਂਦੀਆਂ ਨੇ, ਅਤੇ ਉਹਨਾਂ ਨੂੰ ਮਜਬੂਰ ਕੀਤਾ ਜਾਂਦਾ ਉੱਪਰ ਲਿਜਾਣ ਲਈ। ਬਹੁਤ ਹੀ ਬੁਰਾ ਹਾਲ ਹੈ ਖੱਚਰਾਂ ਦਾ। ਪਹਾੜ ਆਸੇ ਪਾਸੇ, ਉੱਚੇ ਉੱਚੇ ਪਹਾੜ। ਬਾਕੀ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਬਾਕੀ ਜੇ ਕੋਈ ਬੋਲਣ 'ਚ ਕੋਈ ਗਲਤੀ ਹੋ ਗਈ ਹੋਵੇ ਤਾਂ ਮਾफ़ ਕਰਿਓ, ਕਿਉਂਕਿ ਨਵਾਂ ਐਕਸਪੀਰੀਅੰਸ ਜਿਹਾ ਹਜੇ। ਕਈ ਵਾਰੀ ਕੀ ਹੁੰਦਾ ਜ਼ੁਬਾਨ ਉਲਟ ਪੁਲਟ ਜਾਂਦੀ ਹੈ, ਇਸ ਕਰਕੇ ਥੋੜ੍ਹਾ ਜਿਹਾ ਦਿੱਕਤ ਆ ਜਾਂਦੀ ਹੈ, ਥੋੜ੍ਹੀ ਜਿਹੀ ਦਿੱਕਤ ਆ ਜਾਂਦੀ ਹੈ ਬੋਲਣ 'ਤੇ। ਬਾਕੀ ਹੌਲੀ ਹੌਲੀ ਸਿੱਖ ਜਾਵਾਂਗੇ ਹਲੇ। ਲਓ ਜੀ, ਸ਼ਰਧਾਲੂ ਬੈਠੇ ਹੋਏ ਆਰਾਮ ਕਰਦੇ ਹੋਏ। ਆਰਾਮ ਬਹੁਤ ਜ਼ਰੂਰੀ ਹੈ ਰਸਤੇ 'ਚ। ਆਰਾਮ ਕਰਦੇ ਜਾਓ ਅਤੇ ਸਫ਼ਰ ਮੁਕਾਉਂਦੇ ਜਾਓ, ਇਸ ਤਰ੍ਹਾਂ ਤੁਹਾਨੂੰ ਸਫ਼ਰ ਛੇਤੀ ਮੁੱਕ ਜਾਏਗਾ। ਬਾਕੀ ਗਲੂਕੋਨ ਡੀ ਵਗੈਰਾ ਅਤੇ ਹੋਰ ਤੁਹਾਨੂੰ ਰਾਹ 'ਚ ਸ਼ਰਧਾਲੂ ਵੰਡਦੇ ਹੋਏ ਜ਼ਰੂਰ ਮਿਲਣਗੇ। ਕੋਈ ਟੌਫੀਆਂ ਦੇ ਰਿਹਾ ਸ਼ਰਧਾਲੂਆਂ ਨੂੰ, ਕੋਈ ਕੁਛ, ਕੋਈ ਪੈਕਟ ਲੈ ਕੇ ਜਾ ਰਿਹਾ ਉੱਪਰ, ਵੰਡ ਦਿੰਦਾ ਰਸਤੇ 'ਚ। ਕਿਉਂਕਿ ਮੂੰਹ ਨਹੀਂ ਸੁੱਕਦਾ ਇੱਕ ਤਾਂ ਟੌਫੀਆਂ ਨਾਲ, ਗਲੂਕੋਨ ਡੀ ਨਾਲ ਤਾਕਤ ਮਿਲਦੀ ਹੈ ਸਰੀਰ ਨੂੰ। ਅਤੇ ਬਾਬਾ ਜੀ ਦੇਖੋ ਕਿੰਨੀ ਉਮਰ ਦੇ ਜਾ ਰਹੇ ਨੇ। ਪੂਰਾ ਉਤਸ਼ਾਹ ਸੰਗਤਾਂ 'ਚ। ਅਤੇ ਆਹ ਮਾਤਾ ਜੀ ਹੌਲੀ ਹੌਲੀ ਤੁਰਦੇ ਹੋਏ 2 ਸੋਟੀਆਂ ਨਾਲ। ਕਈ ਵਾਰੀ 2 ਸੋਟੀਆਂ ਦਾ ਸਹਾਰਾ ਵੀ ਲੈਣਾ ਪੈ ਸਕਦਾ। ਲਓ ਜੀ, ਸ਼ਰਧਾਲੂ ਉੱਪਰੋਂ ਆ ਰਿਹਾ ਖੱਚਰਾਂ ਦੇ, ਅਤੇ ਬੱਦਲ ਸਾਹਮਣੇ, ਬਹੁਤ ਹੀ ਖੂਬਸੂਰਤ ਨਜ਼ਾਰੇ। ਚਲੋ ਬਈ, ਪਹਿਲਾਂ ਕਹਿੰਦੇ ਕਈ ਸਾਲ ਪਹਿਲਾਂ ਇਹ ਰਸਤਾ ਇੰਨਾ ਵਧੀਆ ਨਹੀਂ ਸੀ, ਪਰ ਹੁਣ ਬਹੁਤ ਵਧੀਆ ਬਣ ਚੁੱਕਿਆ ਰਸਤਾ। ਚੌੜਾ ਵੀ ਹੈ ਪੂਰਾ, ਐਸੀ ਕੋਈ ਗੱਲ ਨਹੀਂ। ਦੇਖੋ ਕਿੰਨਾ ਸੋਹਣਾ ਰਸਤਾ ਬਣਿਆ ਹੋਇਆ।
ਲਓ ਜੀ ਪਹੁੰਚ ਚੁੱਕੇ ਹਾਂ ਧਾਮ। ਪੌਣੇ 12 ਵਜੇ ਚੱਲੇ ਸੀ ਤੇ ਲਗਭਗ ਟਾਈਮ ਹੋ ਚੁੱਕਿਆ 4:15 ਦਾ। ਇੰਨਾ ਟਾਈਮ ਲੱਗਿਆ ਹੁਣ ਤੇ ਬਹੁਤ ਚੜ੍ਹਾਈ ਸੀ। ਕੱਲ੍ਹ ਨੂੰ ਸੁਬਾਹ ਸਦੇਹਾਂ 4 ਵਜੇ ਚੱਲਾਂਗੇ ਇੱਥੋਂ ਹੇਮਕੁੰਟ ਲਈ। 6 ਕਿਲੋਮੀਟਰ ਦੀ ਚੜ੍ਹਾਈ ਹੈ। ਇਹ ਹੈ ਜੀ ਧਾਮ, ਆਸੇ ਪਾਸੇ ਪਹਾੜ। ਹੈਲੀਕਾਪਟਰ ਦਿਖਾਉਂਦੇ ਆ ਤੁਹਾਨੂੰ। ਦੇਖੋ ਸਾਹਮਣੇ ਹੈਲੀਕਾਪਟਰ ਆ ਰਿਹਾ। ਇਹ ਹੈ ਜੀ ਹੈਲੀਕਾਪਟਰ ਦੀ ਸਰਵਿਸ। ਧਾਮ ਤੇ ਪਹੁੰਚਦਾ ਹੋਇਆ ਗੋਬਿੰਦ ਘਾਟ ਤੋਂ ਚੱਲਿਆ। ਬਸ 3 ਮਿੰਟਾਂ ਦੀ ਰਾਈਡ ਆ। 3 ਮਿੰਟਾਂ 'ਚ ਇਹ ਸਫ਼ਰ ਮੁਕਾ ਦਿੰਦਾ। 3 ਮਿੰਟਾਂ 'ਚ ਫਿਰ ਇੱਥੇ ਆ ਜਾਂਦਾ। 3 ਮਿੰਟਾਂ 'ਚ ਫਿਰ ਚਲਾ ਜਾਂਦਾ। 3000 ਰੁਪਈਆ ਪਰ ਸਵਾਰੀ ਦਾ ਉਹ ਹੈ। ਲਓ ਜੀ ਆਪਾਂ ਹੁਣ ਹੈਲੀਪੈਡ ਵਾਲੀ ਜਗ੍ਹਾ 'ਤੇ ਪਹੁੰਚ ਚੁੱਕੇ ਹਾਂ ਜਿੱਥੇ ਹੈਲੀਕਾਪਟਰ ਉੱਡਦਾ। ਅਤੇ ਬਸ ਆਪਾਂ ਹੁਣ ਪਹੁੰਚ ਚੁੱਕੇ ਹਾਂ ਗੋਬਿੰਦ ਧਾਮ। ਬਹੁਤ ਹੀ ਨਜ਼ਦੀਕ ਹੈ ਹੁਣ ਗੋਬਿੰਦ ਧਾਮ ਇੱਥੋਂ। ਅਤੇ ਇਹ ਹੈ ਜੀ ਹੈਲੀਕਾਪਟਰ ਵਾਲਾ, ਜਿੱਥੇ ਹੈਲੀਪੈਡ ਬਣਿਆ ਹੋਇਆ ਹੈ। ਹੁਣ ਇੱਥੋਂ ਸਵਾਰੀਆਂ ਲੈ ਕੇ ਜਾਏਗਾ ਇਹ ਧਾਮ ਤੋਂ ਗੋਬਿੰਦ ਘਾਟ ਜਾ ਕੇ ਛੱਡੇਗਾ। ਧਾਮ 'ਤੇ ਇਹ ਪਹੁੰਚ ਚੁੱਕਿਆ ਹੈਲੀਕਾਪਟਰ। ਲਓ ਜੀ ਚੜ੍ਹ ਗਿਆ ਚੜ੍ਹਾਈ। ਬਹੁਤ ਹੀ ਖੂਬਸੂਰਤ ਲੱਗਦਾ ਪਹਾੜਾਂ ਵਿੱਚ ਦੀ ਜਾਂਦਾ ਹੋਇਆ ਚੋਪਰ। ਅਤੇ ਬਸ 3-4 ਮਿੰਟਾਂ 'ਚ ਫਿਰ ਇਹਨੇ ਵਾਪਸ ਆ ਜਾਣਾ। ਲਓ ਜੀ ਚੱਲਦੇ ਹਾਂ ਹੁਣ ਆਪਾਂ ਅੱਗੇ, ਮੁਕਾਉਂਦੇ ਹਾਂ ਸਫ਼ਰ ਧਾਮ 'ਤੇ। ਪਹੁੰਚਦੇ ਹਾਂ ਧਾਮ। ਅਤੇ ਆਹ ਖੱਚਰਾਂ ਖੜ੍ਹੀਆਂ ਤੁਸੀਂ ਦੇਖ ਰਹੇ ਹੋ ਸੈਲਫੀਆਂ ਲੈਂਦੇ ਹੋਏ ਨੌਜਵਾਨ ਗੱਭਰੂ ਹੈਲੀਕਾਪਟਰ ਦੀਆਂ ਫੋਟੋਆਂ ਖਿੱਚਦੇ ਹੋਏ। ਉਹ ਸਾਹਮਣੇ ਤੁਸੀਂ ਦੇਖ ਰਹੇ ਹੋ ਹੈਲੀਕਾਪਟਰ ਦਾ ਹੈਲੀਪੈਡ ਬਣਿਆ ਹੋਇਆ। ਚੱਲਦੇ ਹਾਂ ਜੀ ਹੁਣ ਆਪਾਂ ਅੱਗੇ। ਲਓ ਜੀ ਬਸ ਆਪਾਂ ਹੁਣ ਪਹੁੰਚਣ ਵਾਲੇ ਹਾਂ। ਲਓ ਜੀ ਆਪਾਂ ਪਹੁੰਚਣ ਵਾਲੇ ਹਾਂ ਅਤੇ ਸੰਗਤਾਂ ਜੈਕਾਰੇ ਛੱਡਦੀਆਂ ਹੋਈਆਂ ਬੋਲੇ ਸੌ ਨਿਹਾਲ ਦੇ, ਕਿਉਂਕਿ ਇਸ ਨਾਲ ਉਤਸ਼ਾਹ ਪੈਦਾ ਹੁੰਦਾ। ਅਤੇ ਆਪਾਂ ਪਹੁੰਚ ਚੁੱਕੇ ਹਾਂ। 5:45 ਆਪਾਂ ਪਹੁੰਚ ਗਏ ਹਾਂ। ਲਓ ਵੀ ਰਾਤ ਹੋ ਗਈ ਹੈ। ਸੂਰਜ ਇੱਥੇ ਛੇਤੀ ਛਿਪ ਜਾਂਦਾ 6 ਵਜੇ। ਹਨੇਰਾ ਹੋਣ ਵਾਲਾ, ਬਾਰਿਸ਼ ਵੀ ਹੋਣੀ ਸ਼ੁਰੂ ਹੋ ਗਈ ਹੈ। ਥੋੜ੍ਹੀਆਂ ਥੋੜ੍ਹੀਆਂ ਕਿਰਨੜੀਆਂ ਪੈ ਰਹੀਆਂ, ਕਦੇ ਹਟ ਜਾਂਦੀਆਂ ਕਦੇ ਸ਼ੁਰੂ ਹੋ ਜਾਂਦੀਆਂ। ਅਤੇ ਆਪਾਂ ਧਾਮ 'ਤੇ ਪਹੁੰਚ ਚੁੱਕੇ ਹਾਂ। ਬਸ ਕਮਰਾ ਲੈਂਦੇ ਹਾਂ ਹੁਣ, ਤੜਕੇ ਕਰਾਂਗੇ ਯਾਤਰਾ ਸ਼ੁਰੂ ਹੇਮਕੁੰਟ ਲਈ। ਇੱਥੋਂ 6 ਕਿਲੋਮੀਟਰ ਦੀ ਚੜ੍ਹਾਈ ਹੋਰ ਹੈ। ਲਓ ਜੀ ਆਪਾਂ ਧਾਮ ਪਹੁੰਚ ਚੁੱਕੇ ਹਾਂ। ਅਤੇ ਧਾਮ ਦੇ ਬਾਜ਼ਾਰ ਤੁਸੀਂ ਦੇਖ ਰਹੇ ਹੋ, ਬਹੁਤ ਛੋਟਾ ਜਿਹਾ ਬਾਜ਼ਾਰ ਹੈ ਇੱਥੇ। ਅਤੇ ਆਸੇ ਪਾਸੇ ਹੋਟਲ ਬਹੁਤ ਬਣ ਚੁੱਕੇ। ਪਹਿਲਾਂ ਤਾਂ ਇੱਥੇ ਹੋਟਲ ਨਹੀਂ ਸੀ, ਪਰ ਹੁਣ ਬਹੁਤ ਹੋਟਲ ਬਣ ਚੁੱਕੇ ਇੱਥੇ। ਅਤੇ ਇੱਥੇ ਆਪਾਂ ਅੱਜ ਠਹਿਰਾਂਗੇ। ਇਹ ਹੈ ਜੀ ਗੋਬਿੰਦ ਧਾਮ ਦਾ ਬਾਜ਼ਾਰ। ਅਤੇ ਅੱਜ ਇੱਥੇ ਗੈਸਟ ਹਾਊਸ ਹੈ, ਕਹਿੰਦੇ ਉੱਥੇ ਕਮਰਾ ਲਵਾਂਗੇ। ਸਰਕਾਰੀ ਗੈਸਟ ਹਾਊਸ ਹੈ ਜੋ। ਪਹਾੜਾਂ ਦੇ ਵਿੱਚ ਵਸਿਆ ਹੋਇਆ ਗੋਬਿੰਦ ਧਾਮ। 6-7 ਘੰਟੇ ਲੱਗੇ ਆਪਾਂ ਨੂੰ ਪੈਦਲ ਯਾਤਰਾ ਕਰਨ 'ਚ ਗੋਬਿੰਦ ਘਾਟ ਤੋਂ ਧਾਮ ਤੱਕ। ਲਓ ਜੀ ਧਾਮ 'ਚ ਆਪਾਂ ਨੂੰ ਕਮਰਾ ਮਿਲ ਚੁੱਕਿਆ। 500 ਰੁਪਈਆ ਪ੍ਰਤੀ ਬੈੱਡ। ਸਰਕਾਰੀ ਰੂਮ ਨੇ ਇਹ, ਦੇਖ ਰਹੇ ਹੋ। ਅਤੇ ਬਾਰਿਸ਼ ਹੋ ਰਹੀ ਹੈ। ਰੂਮ ਦਿਖਾਉਣਾ ਤੁਹਾਨੂੰ ਜਿਹੜਾ ਮਿਲਿਆ।
हाँ जी, ਇਹ ਜੀ ਗੁਰਦੁਆਰਾ ਗੋਬਿੰਦ ਧਾਮ ਦਾ ਜੋ ਤੁਸੀਂ ਦੇਖ ਰਹੇ ਹੋ, ਤੇ ਆਪਾਂ ਚੱਲਦੇ ਹਾਂ ਅੰਦਰ। ਤੇ ਗੁਰਦੁਆਰਾ ਇੱਥੇ ਕਿਉਂਕਿ ਰੂਮ ਮਿਲਣਾ ਬਹੁਤ ਹੀ ਔਖਾ ਕੰਮ ਹੈ, ਕਿਉਂਕਿ ਐਤਕੀ ਸੀਜ਼ਨ ਦਾ ਕੰਮ ਹੈ ਤੇ ਕਹਿੰਦੇ ਕਮਰੇ ਨਹੀਂ ਮਿਲ ਰਹੇ ਇੱਥੇ, ਤੇ ਆਪਾਂ ਨੂੰ ਉੱਥੇ ਗੈਸਟ ਹਾਊਸ 'ਚ ਹੀ ਰੂਮ ਲੈਣਾ ਪੈਣਾ। ਲਓ ਜੀ, ਮੱਥਾ ਟੇਕ ਲਈਏ ਪਹਿਲਾਂ ਸਭ ਤੋਂ। ਵਾਹਿਗੁਰੂ, ਯਾਤਰਾ ਸਫਲ ਕਰੀ ਸੱਚੇ ਪਾਤਸ਼ਾਹ। ਤੇ ਚੱਲਦੇ ਹਾਂ ਜੀ, ਹੁਣ ਆਪਾਂ ਤੁਹਾਨੂੰ ਉਹ ਦਰਖਤ ਦਿਖਾਉਂਦੇ ਹਾਂ ਜਿੱਥੇ ਬਾਬਾ ਮੋਦਨ ਜੀ ਨੇ ਇਸ ਹੇਮਕੁੰਡ ਦੀ ਖੋਜ ਕੀਤੀ ਸੀ। ਬਾਬਾ ਮੋਦਨ ਜੋ ਕਿ ਫੌਜ ਦੇ ਵਿੱਚ ਹਵਲਦਾਰ ਸੀਗਾ। ਇਹ ਹੈ ਜੀ ਉਹ ਦਰਖਤ। ਕਹਿੰਦੇ ਆ ਜੀ ਇਹ ਦਰਖਤ ਦੇ ਵਿੱਚ ਆ ਕੇ ਉਹ ਬੈਠ ਜਾਂਦੇ ਸੀਗੇ ਅਤੇ ਸੁਬਾਹ ਫੇਰ ਚਲੇ ਜਾਂਦੇ ਸੀ। ਸ਼ਾਮ ਨੂੰ ਫਿਰ ਇੱਥੇ ਆ ਕੇ ਇਸ ਦਰਖਤ ਦੇ ਵਿੱਚ ਆਪਣਾ ਘਰ ਬਣਾਇਆ ਹੋਇਆ ਸੀ, ਕਿਉਂਕਿ ਇੱਥੇ ਜੰਗਲੀ ਜਾਨਵਰ ਵਗੈਰਾ ਅਤੇ ਬਹੁਤ ਕੁਛ ਸੀਗਾ, ਕਿਉਂਕਿ ਪਹਿਲਾਂ ਇੱਥੇ ਕੁਛ ਵੀ ਨਹੀਂ ਸੀਗਾ, ਨਾ ਹੀ ਗੁਰਦੁਆਰਾ ਸੀਗਾ। ਤਾਂ ਉਹ ਦਰਖਤ ਦੇ ਵਿੱਚ ਆ ਕੇ ਆਪਣਾ ਰਹਿਣ ਬਸੇਰਾ ਬਣਾਇਆ ਉਹਨਾਂ ਨੇ, ਬਾਬਾ ਮੋਦਨ ਜੀ ਨੇ, ਜਿਨ੍ਹਾਂ ਨੇ ਹੇਮਕੁੰਟ ਸਾਹਿਬ ਦੀ ਖੋਜ ਕੀਤੀ ਸੀ। ਇਹ ਹੈ ਜੀ ਗੁਰਦੁਆਰਾ। ਸੰਗਤਾਂ 'ਤੇ ਮੀਂਹ ਪੈ ਰਿਹਾ ਅਤੇ ਬਹੁਤ ਹੀ ਖੂਬਸੂਰਤ ਮੌਸਮ ਦੇਖ ਰਹੇ ਹੋ ਤੁਸੀਂ, ਹਵਾ ਚੱਲਦੀ ਹੋਈ ਠੰਡੀ। ਆਓ ਤੁਹਾਨੂੰ ਅੱਗੇ ਦਿਖਾਉਂਦੇ ਹਾਂ, ਗੁਰਦੁਆਰੇ ਦੇ ਦਰਸ਼ਨ ਕਰਵਾਉਂਦੇ ਹਾਂ। ਇਹ ਬਾਬਾ ਮੋਦਨ ਜੀ ਕਹਿੰਦੇ ਬੰਗਾਲ ਰੈਜੀਮੈਂਟ ਦੇ ਵਿੱਚ ਹਵਲਦਾਰ ਸੀਗੇ, ਜਿਨ੍ਹਾਂ ਨੇ ਖੋਜ ਕੀਤੀ ਸੀਗੀ। ਇਹ ਹੈ ਜੀ ਗੁਰਦੁਆਰੇ ਦਾ ਲੰਗਰ ਹਾਲ, ਅਤੇ ਆਪਾਂ ਲੰਗਰ ਛਕਦੇ ਹਾਂ ਇੱਥੇ। ਉਸ ਤੋਂ ਬਾਅਦ ਫਿਰ ਰੂਮ ਦਾ ਇੰਤਜ਼ਾਮ ਕਰਦੇ ਹਾਂ ਕੋਈ। ਇੱਥੇ ਰੂਮ ਮਿਲਣਾ ਬਹੁਤ ਹੀ ਔਖਾ ਕੰਮ ਹੈ, ਕਮਰੇ ਬੁੱਕ ਹੋ ਚੁੱਕੇ ਆ ਸਾਰੇ। 1000 ਰੁਪਏ ਜਾਂ ਗੁਰਦੁਆਰੇ ਵਿੱਚ ਵੀ ਤੁਹਾਨੂੰ ਰੂਮ ਮਿਲ ਜਾਂਦਾ। ਇਹ ਹੈ ਜੀ ਬਾਜ਼ਾਰ, ਗੋਬਿੰਦ ਧਾਮ ਦਾ ਬਾਜ਼ਾਰ। ਆਸੇ ਪਾਸੇ ਦੁਕਾਨਾਂ ਸਜੀਆਂ ਹੋਈਆਂ, ਖਾਣ ਪੀਣ ਦਾ ਸਮਾਨ, ਜੋ ਵੀ ਕੁਛ ਲੈਣਾ ਚਾਹੁੰਦੇ ਹੋ ਤੁਸੀਂ ਲੈ ਸਕਦੇ ਹੋ। ਅਤੇ ਬਾਰਿਸ਼ ਹੋ ਚੁੱਕੀ ਹੈ, ਇਸ ਕਰਕੇ ਪੂਰਾ ਚਿੱਕੜ ਪਾਣੀ ਬਣਿਆ ਹੋਇਆ ਰਸਤੇ 'ਚ। ਇਸ ਤਰ੍ਹਾਂ ਭੀੜਾ ਜਿਹਾ ਬਾਜ਼ਾਰ ਹੈ ਇਸ ਦਾ, ਗੋਬਿੰਦ ਧਾਮ ਦਾ। ਸਾਹਮਣੇ ਦੇਖ ਰਹੇ ਹੋ ਤੁਸੀਂ ਜਲੇਬੀਆਂ ਵਗੈਰਾ, ਗੁਲਾਬ ਜਾਮਣ ਗਰਮ ਗਰਮ, ਕਿਉਂਕਿ ਠੰਡ 'ਚ ਬਹੁਤ ਵਧੀਆ ਲੱਗਦਾ। ਅਤੇ ਦੁੱਧ ਵੀ ਮਿਲਦਾ ਇੱਥੇ ਤੁਹਾਨੂੰ ਕੜਿਆ ਹੋਇਆ ਮਲਾਈ ਵਾਲਾ। 50 ਰੁਪਏ ਦਾ ਗਲਾਸ ਦਿੰਦੇ ਆ ਇਹ ਦੁੱਧ ਦਾ। ਅਤੇ ਬਾਕੀ ਗਰਮ ਗਰਮ ਚੀਜ਼ਾਂ ਬਹੁਤ ਮਿਲਣਗੀਆਂ, ਪਕੌੜੇ, ਜਲੇਬੀਆਂ, ਗੁਲਾਬ ਜਾਮਣ, ਕਿਉਂਕਿ ਠੰਡ ਹੈ ਇੱਥੇ ਪੂਰੀ। ਅਤੇ ਆਪਾਂ ਕੱਲ੍ਹ ਨੂੰ ਫਿਰ ਹੇਮਕੁੰਡ ਦੀ ਯਾਤਰਾ ਸ਼ੁਰੂ ਕਰਾਂਗੇ। ਉੱਪਰ 6 ਕਿਲੋਮੀਟਰ ਜੋ ਸਿੱਧੀ ਚੜ੍ਹਾਈ ਆ, ਸੁਬਾਹ ਸਦੇਹਾਂ ਚੱਲਾਂਗੇ। 4 ਸਾਢੇ 4 ਆਪਾਂ ਸਫ਼ਰ ਸ਼ੁਰੂ ਕਰਾਂਗੇ, ਅਤੇ ਉੱਥੋਂ ਫਿਰ ਵਾਪਸ ਵੀ ਆਉਣਾ ਸ਼ਾਮ ਨੂੰ। ਫਿਰ ਇੱਥੇ ਇਸੇ ਜਗ੍ਹਾ 'ਤੇ ਆਵਾਂਗੇ ਆਪਾਂ, ਗੋਬਿੰਦ ਧਾਮ 'ਤੇ। ਇਹ ਹੈ ਜੀ ਸ਼ਰਧਾਲੂ ਖਾਂਦੇ ਪੀਂਦੇ ਹੋਏ।